ਅੱਜ ਜਿਹੜੀ ਵੀਡੀਓ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਉਹ ਪਾਰਟ 3 ਹੈ ਫਿਗਰਸ ਆਫ ਸਪੀਚ ਦਾ। ਇਹ ਜਿਹੜੀ ਟਾਈਪਸ ਹੈਗੀਆਂ ਫਿਗਰਸ ਆਫ ਸਪੀਚ ਦੀਆਂ ਜਾਂ ਰਿਟੋਰਿਕਲ ਡਿਵਾਈਸਿਸ ਦੀਆਂ, ਇਹ ਐਸੋਸੀਏਸ਼ਨ ਤੇ ਬੇਸਡ ਹਨ, ਯਾਨੀ ਕਿ ਸੰਬੰਧ, ਆਪਸ ਦੇ ਵਿੱਚ ਸੰਬੰਧ ਕੀ ਹੈ ਉਸ ਦੇ ਉੱਤੇ ਬੇਸਡ ਹਨ। ਸੋ ਇਹ ਚਾਰ ਤਰ੍ਹਾਂ ਦੀਆਂ ਮੇਜਰ ਤੌਰ ਤੇ ਹਨ। ਫਰਸਟ, ਮੈਟੋਨਮੀ; ਸੈਕੰਡ, synecdoche; transferred epithet and hyperbole। ਸੋ ਇਹ ਚਾਰ ਤਰ੍ਹਾਂ ਦੀਆਂ ਫਿਗਰਸ ਆਫ ਸਪੀਚ ਆਪਾਂ ਡਿਸਕਸ ਕਰਨ ਵਾਲੇ। ਫਰਸਟ ਟਾਈਪ, that is ਮੈਟੋਨਮੀ। ਇਸ ਦਾ ਸ਼ਾਬਦਿਕ ਅਰਥ ਹੈ ਚੇਂਜ ਆਫ ਨੇਮ, ਨਾਮ ਦਾ ਬਦਲਾਵ। ਸੋ ਇਸ ਨੂੰ ਡਿਫਾਈਨ ਕਰਾਂਗੇ ਪਹਿਲਾਂ। An object is designated by the name of something which is generally associated with it। ਯਾਨੀ ਕਿ ਇੱਕ ਵਸਤੂ ਦਾ ਦੂਸਰੀ ਵਸਤੂ ਨਾਲ ਇੰਨਾ ਘਣਾ ਸੰਬੰਧ ਹੋਣਾ ਕਿ ਉਸਨੂੰ ਦੂਸਰੇ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਵੇ। ਸੋ ਉਸ ਸੰਬੋਧਨ ਨੂੰ ਆਪਾਂ ਮੈਟੋਨਮੀ ਕਹਿੰਦੇ ਹਾਂ। ਇਸ ਦੀਆਂ ਐਗਜ਼ਾਮਪਲਸ ਹਨ, ਇਸ ਦੀਆਂ ਉਦਾਹਰਨਾਂ ਹਨ। You first count heads। ਤੁਸੀਂ ਪਹਿਲਾਂ heads count ਕਰ ਲਓ, ਯਾਨੀ ਕਿ heads ਦਾ ਇੱਥੇ ਮਤਲਬ ਸਿੱਧੇ ਤੌਰ ਤੇ ਆਉਂਦਾ ਹੈ people, ਲੋਕਾਂ ਨੂੰ ਕਾਊਂਟ ਕਰ ਲਓ। ਜੇ ਆਪਾਂ ਗੱਲ ਕਰੀਏ the White House, ਮਤਲਬ ਆਪਾਂ ਸੰਬੋਧਿਤ ਕਰ ਰਹੇ ਹਾਂ US ਪ੍ਰੈਜ਼ੀਡੈਂਟ ਨੂੰ। ਸਿਮਿਲਰਲੀ ਜੇ ਆਪਾਂ ਡਿਸ਼ ਯਾਨੀ ਕਿ ਫੁੱਲ ਪਲੇਟ ਦੇ ਬਾਰੇ ਗੱਲ ਕਰ ਰਹੇ ਹਾਂ ਜੋ ਕਿ ਖਾਣੇ ਨਾਲ ਭਰੀ ਹੋਈ ਹੈ। ਕਈ ਵਾਰੀ ਆਪਾਂ ਕਿਸੇ ਨੂੰ ਕਹਿੰਦੇ ਹਾਂ ਜੋ ਥੋੜੀ ਜੀ ਠੀਕ ਭਾਸ਼ਾ ਨਹੀਂ ਯੂਜ਼ ਕਰ ਰਿਹਾ ਤਾਂ ਉਹਨਾਂ ਨੂੰ ਕਹਿੰਦੇ ਮਾਈਂਡ ਯੋਰ ਟੰਗ। ਇਹਦਾ ਮਤਲਬ ਇਹ ਨਹੀਂ ਹੈ ਕਿ ਜੀਭ ਦਾ ਮਾਈਂਡ ਕਰੋ, ਨਹੀਂ, ਆਪਣੀ ਭਾਸ਼ਾ ਦਾ ਪ੍ਰਯੋਗ ਸਹੀ ਤਰੀਕੇ ਨਾਲ ਕਰੋ। ਹੈਂਡ, ਹੈਂਡ ਮੀਨਸ ਹੈਲਪਿੰਗ ਹੈਂਡ, ਹੈਲਪ, ਅਸਿਸਟੈਂਸ। ਫਿਰ ਈਅਰਸ ਦੇ ਬਾਰੇ ਗੱਲ ਕਰਨੀ, ਯਾਨੀ ਕਿ ਕਿਸੇ ਨੂੰ ਵੀ ਸੁਣੋ। ਨੈਕਸਟ ਇਜ਼ ਪ੍ਰੈਸ। ਕਈ ਵਾਰੀ ਆਪਾਂ ਜਦੋਂ ਫੰਕਸ਼ਨ ਤੇ ਦੇਖਿਆ ਹੋਣਾ ਹੈ ਕਿ ਪ੍ਰੈਸ ਨੂੰ ਸੰਬੋਧਿਤ ਕਰਨਾ, ਯਾਨੀ ਕਿ ਬਹੁਤ ਸਾਰੇ ਲੋਕ ਜਿਹੜੇ ਜਰਨਲਿਸਟ ਹੈਗੇ ਹੈ ਜਾਂ ਮੀਡੀਆ ਨੂੰ ਸੰਬੋਧਿਤ ਕਰਨਾ। ਸੋ ਇਹ ਜਿਹੜੇ ਇੱਕ ਸ਼ਬਦ ਹੈਗਾ ਇਹ ਪੂਰੇ ਤੌਰ ਤੇ ਇੱਕ ਨਾਮ ਦੇ ਬਦਲਾਵ ਨੂੰ ਡੈਜ਼ਿਗਨੇਟ ਕਰਦਾ ਹੈ। ਦੂਸਰੀ ਟਾਈਪ ਹੈ ਉਸਨੂੰ ਕਿਹਾ ਜਾਂਦਾ ਹੈ synecdoche। ਇਸ ਦਾ ਅਰਥ ਹੈ ਪਰਿਆਇਵਾਚੀ ਜਾਂ ਸੇਮ ਵਰਡਸ। ਇਸ ਨੂੰ ਡਿਫਾਈਨ ਕਰਦੇ ਹਾਂ, ਪਰਿਭਾਸ਼ਿਤ ਕਰਦੇ ਹਾਂ। A part is used to designate the whole or vice versa। ਯਾਨੀ ਕਿ ਸਾਰੀ ਦੀ ਸਾਰੀ ਵਸਤੂ ਨੂੰ ਇੱਕ ਹਿੱਸਾ ਹੀ ਸੰਬੋਧਿਤ ਕਰਨ ਲਈ ਕਾਫੀ ਹੈ, ਜਾਂ ਫਿਰ ਇਸ ਦਾ ਉਲਟਾ, ਯਾਨੀ ਕਿ ਇੱਕ ਹਿੱਸੇ ਨੂੰ ਸੰਬੋਧਿਤ ਕਰਨ ਲਈ ਸਾਰੀ ਵਸਤੂ ਦੇ ਸ਼ਬਦ ਨੂੰ ਵਰਤਣਾ। Example, I need a set of wheels। A set of wheels ਇੱਥੇ ਕਾਰ ਨੂੰ ਸੰਬੋਧਨ ਕੀਤਾ ਗਿਆ ਹੈ। Secondly example, lend me a hand। ਕਿਰਪਾ ਕਰਕੇ ਮੇਰੀ ਮਦਦ ਕਰੋ। Heels, ਜਿਵੇਂ ਆਪਾਂ ਕਈ ਵਾਰੀ ਕਹਿੰਦੇ ਹਾਂ are you wearing heels today? ਯਾਨੀ ਕਿ ਤੁਸੀਂ ਹੀਲਡ ਸ਼ੂਜ਼ ਪਾ ਰਹੇ ਹੋ ਜਾਂ ਸੈਂਡਲਸ ਹੀਲ ਵਾਲੇ ਪਾ ਰਹੇ ਹੋ। Are you wearing a western today? ਯਾਨੀ ਕਿ ਤੁਸੀਂ ਵੈਸਟਰਨ ਆਊਟਫਿਟ ਪਾ ਰਹੇ ਹੋ। ਇਸੇ ਤਰ੍ਹਾਂ ਥ੍ਰੈਡਸ ਨੂੰ ਆਪਾਂ ਸੰਬੋਧਨ ਕਰਦੇ ਹਾਂ ਕਲੋਥਸ ਦੇ ਨਾਲ। ਨੈਕਸਟ ਇਜ਼ ਟ੍ਰਾਂਸਫਰਡ ਐਪੀਥੈਟ। ਟ੍ਰਾਂਸਫਰਡ ਐਪੀਥੈਟ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਤੋਂ ਪਹਿਲਾਂ ਐਪੀਥੈਟ ਦਾ ਅਰਥ ਸਮਝਣਾ ਜ਼ਰੂਰੀ ਹੈ। ਐਪੀਥੈਟ ਹੁੰਦਾ ਹੈ ਇੱਕ ਵਿਸ਼ੇਸ਼ਣ, ਐਡਜੈਕਟਿਵ ਜਾਂ ਫਰੇਜ਼ ਜੋ ਕਿ ਨਾਉਨ ਨੂੰ ਮੋਡੀਫਾਈ ਕਰਦਾ ਹੈ। ਹੁਣ ਡਿਫਾਈਨ ਕਰਾਂਗੇ ਟ੍ਰਾਂਸਫਰਡ ਐਪੀਥੈਟ ਨੂੰ। Transferred epithet is formed by transfer of an epithet from subject, ਜਿਹੜਾ ਕਿ ਇੱਕ ਨਾਉਨ ਹੈ, to object, ਜਿਹੜਾ ਕਿ ਦੂਸਰਾ ਨਾਉਨ ਹੈ। ਇਸ ਨੂੰ ਬੇਸਿਕਲੀ ਇਸ rhetorical device ਜਾਂ transferred epithet as figure of speech ਨੂੰ ਜ਼ਿਆਦਾਤਰ ਕਿਸੇ ਦੀ ਸ਼ਲਾਘਾ, ਪ੍ਰੇਜ਼ ਕਰਨ ਲਈ ਜਾਂ ਕ੍ਰਿਟਿਸਾਈਜ਼ ਕਰਨ ਲਈ ਵਰਤਿਆ ਜਾਂਦਾ ਹੈ। Example, I did not sleep all night। ਮੈਂ ਸਾਰੀ ਰਾਤ ਨਹੀਂ ਸੁੱਤੀ। ਇਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ I had a sleepless night। ਇੱਕ ਹੋਰ ਉਦਾਹਰਨ, the teacher was angry। ਇਸ ਚੀਜ਼ ਨੂੰ
ornamental language ਦੇ ਵਿੱਚ ਆਪਾਂ use ਕਰ ਸਕਦੇ ਹਾਂ, the teacher pointed an angry finger at the class. Similarly, I am having a satisfying job. Friendly conversation, आपस ਦੇ ਵਿੱਚ ਜਿਹੜੀ ਬਾਤਚੀਤ ਹੋ ਰਹੀ ਹੈ ਉਹ ਬਹੁਤ ਜ਼ਿਆਦਾ ਦੋਸਤਾਨਾ ਹੈ. Unhappy marriage, weary smile. Weary means थकी हुई मुस्कुराहट. AC, transferred epithet. चौथी ਤੇ last figure of speech ਜਿਹੜੀ ਕਿ based on association ਹੈ ਉਹ ਹੈ hyperbole, यानी कि ਅਤਕਥਨੀ ਜਾਂ ਹਿੰਦੀ ਦੇ ਵਿੱਚ ਅਤਿਸ਼ਯੋਕਤੀ. ਇਹ ਬਹੁਤ ਜ਼ਿਆਦਾ ਵਧਾ ਚੜਾ ਕੇ ਗੱਲ ਕਰਨ ਦਾ ਇੱਕ ਤਰੀਕਾ ਹੈ. extravagant exaggeration ਕੀਤੀ ਜਾਂਦੀ ਹੈ ਇਸ ਦੇ ਵਿੱਚ. ਸੋ ਵਧਾ ਚੜਾ ਕੇ ਵਿਆਖਿਆ ਕਰਨ ਦਾ ਇੱਕ ਤਰੀਕਾ ਹੈ, ਢੰਗ ਹੈ. ਇਹਨੂੰ ਕੁਝ ਐਗਜ਼ਾਮਪਲਸ ਦੇ ਨਾਲ ਤੁਸੀਂ ਹੋਰ ਅੱਛੀ ਤਰ੍ਹਾਂ ਸਮਝ ਸਕਦੇ ਹੋ. I'm so hungry that I could all the food there. ਹੁਣ ਸਾਰਾ ਫੂਡ ਤਾਂ ਨਹੀਂ ਖਾ ਸਕਦੇ, ਲੇਕਿਨ ਇੰਨੀ ਭੁੱਖ ਲੱਗੀ ਸੀ ਕਿ ਮੈਂ ਸਾਰਾ ਖਾਣਾ ਖਾ ਜਾਣਾ ਸੀ. ਸਾਰਾ ਤਾਂ ਖਾਇਆ ਨਹੀਂ ਜਾ ਸਕਦਾ, ਪਰ ਬਹੁਤ ਜ਼ਿਆਦਾ ਖਾ ਲੈਣਾ ਸੀ. We have to do a million things today. Million things ਤਾਂ ਨਹੀਂ ਕਰਾਂਗੇ, ਲੇਕਿਨ ਬਹੁਤ ਸਾਰੇ ਕੰਮ. My grandpa is as old as hills. ਇਹ ਸਿਮਿਲੀ ਦੀ ਤਰ੍ਹਾਂ ਯੂਜ਼ ਕਰ ਰਹੇ ਹਾਂ. ਮੇਰੇ ਗ੍ਰੈਂਡਪਾ, ਮੇਰੇ ਦਾਦਾ ਜੀ ਜਾਂ ਨਾਨਾ ਜੀ ਇੰਨੇ ਬਜ਼ੁਰਗ ਹਨ ਜਿਵੇਂ ਕਿ ਹਿਲਸ ਹੋਣ. I'm dying of shame. ਮੈਂ ਸ਼ਰਮਿੰਦਾ, ਇੰਨਾ ਸ਼ਰਮਿੰਦਾ ਕਿ ਮੈਂ ਮਰ ਰਿਹਾ ਸ਼ਰਮਿੰਦਗੀ ਦੇ ਨਾਲ. The suitcase weighs a ton. So ਇਸ ਸਾਰੀਆਂ ਉਦਾਹਰਨਾਂ ਦੇ ਨਾਲ I'm very sure that you might have been able to understand all the figures of speech based on association. Thank you.